ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕੈਲਗਰੀ ਤੋਂ ਅੱਜ ਜਸਜੀਤ ਸਿੰਘ ਧਾਮੀ ਇੱਕ ਤੁਹਾਡੇ ਲਈ ਵਿਸ਼ੇਸ਼ ਰਿਪੋਰਟ ਲੈ ਕੇ ਜਿਹੜੀ ਹਾਜ਼ਰ ਹੋ ਰਿਹਾ ਜੀ। ਮੇਰੇ ਨਾਲ ਨੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਅਮਨਪ੍ਰੀਤ ਸਿੰਘ ਗਿੱਲ। ਉਹ ਤੁਹਾਨੂੰ ਕੁਝ ਅਹਿਮ ਜਾਣਕਾਰੀ ਦੇਣਗੇ ਜੋ ਕਿ ਪਿਛਲੇ ਸਮੇਂ ਤੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹਨਾਂ ਨੇ ਇੱਕ ਉਪਰਾਲਾ ਸ਼ੁਰੂ ਕੀਤਾ ਆ। ਪ੍ਰਧਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਸਾਹਿਬ ਦੱਸੋ ਸੰਗਤਾਂ ਨੂੰ ਜਿਹੜਾ ਅੱਜ ਫੇਰ ਤੁਸੀਂ ਦੁਬਾਰਾ ਉਹ ਕਾਰਜ ਕਰਨ ਜਾ ਰਹੇ ਜੀ। ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਵਿਡ-19 ਦੇ ਚੱਲਦਿਆਂ ਅਸੀਂ ਸੋਚਿਆ ਸੀ ਵੀ ਜਿੰਨੇ ਸਾਡੇ ਪ੍ਰਚਾਰਕ ਹਨ ਸਾਰਿਆਂ ਨੂੰ ਸੰਗਤਾਂ ਦੇ ਸਹਿਯੋਗ ਨਾਲ ਹਰ ਇੱਕ ਮੈਂਬਰ ਨੂੰ $2,000 ਦੀ ਸੇਵਾ ਕੀਤੀ ਜਾਵੇਗੀ। ਇਸੇ ਤਰ੍ਹਾਂ ਭਾਈ ਮੱਖਣ ਸਿੰਘ ਜੀ ਮੁਸਾਫਰ ਜੋ ਕਵਿਸ਼ਰ ਹਨ, ਉਹਨਾਂ ਦਾ ਜਥਾ ਸਾਡੀ ਸਪਾਂਸਰਸ਼ਿਪ ਤੇ ਗੁਰਦੁਆਰਾ ਸਾਹਿਬ ਦਸ਼ਮੇਸ਼ ਕਲਚਰ ਸੈਂਟਰ ਦੀ ਸਪਾਂਸਰਸ਼ਿਪ ਤੇ ਇੱਥੇ ਆਏ ਹੋਏ ਸਨ ਜੀ। ਤੇ ਜਿਸ ਵਕਤ ਪਿਛਲੀ ਵਾਰੀ ਸੰਗਤਾਂ ਨੂੰ ਆਏ ਜਿਹੜੀ ਮਾਇਆ ਸੀ ਇਹਨਾਂ ਨੂੰ ਭੇਟ ਕੀਤੀ ਗਈ, ਸਾਰਿਆਂ ਜਥਿਆਂ ਨੂੰ ਉਸ ਵਕਤ ਇਹ ਗੈਰ ਹਾਜ਼ਰ ਸਨ ਜੀ। ਸੋ ਇਸੇ ਕਾਰਜ ਨੂੰ ਮੁੱਖ ਰੱਖਦੇ ਉਸੇ ਲੜੀ ਨੂੰ ਅੱਗੇ ਤੋਰਦੇ ਹੁਣ ਸਾਡੇ ਕੋਲੇ ਆਏ ਹੋਏ ਹਨ ਜੀ। ਤੇ ਸਾਰੀ ਸੰਗਤ ਦੇ ਸਹਿਯੋਗ ਨਾਲ ਕੁਝ ਦਾਨੀ ਸੱਜਣ ਹੋਰ ਅੱਗੇ ਆਏ ਜੀ। ਉਹਨਾਂ ਨੇ ਅੱਗੇ ਆ ਕੇ ਸਪੈਸ਼ਲ ਅਸੀਂ ਇਹ ਜਿਹੜੀ ਫੰਡ ਰੇਜ਼ਿੰਗ ਕੀਤੀ ਸੀ ਸਿਰਫ ਜਥਿਆਂ ਵਾਸਤੇ। ਠੀਕ ਹੈ ਜੀ। ਇਹ ਗੁਰਦੁਆਰਾ ਸਾਹਿਬ ਦੀ ਗੋਲਕ ਚੋਂ ਨਹੀਂ, ਇਹ ਬਿਲਕੁਲ ਸੰਗਤਾਂ ਨੇ ਆਪਣੇ ਤੌਰ ਤੇ ਆਪਣੇ ਤੌਰ ਤੇ ਸਾਡੀ ਕਮੇਟੀ ਮੈਂਬਰ ਸਾਹਿਬਾਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਜੀ। ਤੇ ਇਹ ਅਸੀਂ ਅੱਜ ਜਿਹੜਾ ਇਹਨਾਂ ਦਾ ਸੀਗਾ $2,000 ਜਥੇ ਨੂੰ ਅੱਜ ਅਸੀਂ ਸਾਰੀ ਕਮੇਟੀ ਰਲ ਕੇ ਸਾਡੇ ਚੇਅਰਮੈਨ ਸਾਹਿਬ, ਸਾਡੇ ਖਜ਼ਾਨਚੀ ਸਾਹਿਬ, ਸਾਡੇ ਸੈਕਟਰੀ, ਸਾਰੇ ਬਾਈ ਅਮਰਜੀਤ, ਸਾਰੇ ਰਲ ਕੇ ਅਸੀਂ ਇਹ ਸੋਚਿਆ ਵੀ ਇਹਨਾਂ ਨੂੰ ਵੀ ਉਹ ਜਿਹੜਾ ਹਿੱਸਾ ਦਿੱਤਾ ਜਾਵੇ ਜੀ, ਇਹਨਾਂ ਦਾ ਜੋ ਬਣਦਾ ਹੱਕ ਹੈ। ਠੀਕ ਹੈ ਜੀ। ਪ੍ਰਧਾਨ ਸਾਹਿਬ ਇੱਕ ਹੋਰ ਜਾਣਕਾਰੀ ਦਿਓ, ਜਿੱਦਾਂ ਆਪਾਂ ਮਾਰਚ ਮਹੀਨੇ ਤੋਂ ਜਿਹੜੀ ਲੰਗਰਾਂ ਦੀ ਸੇਵਾ ਚੱਲ ਰਹੀ ਆ, ਹੁਣ ਤੱਕ ਤਕਰੀਬਨ ਅੰਦਾਜ਼ਨ ਆਪਾਂ ਕਿੰਨੇ ਕੁ ਸੰਗਤਾਂ ਨੂੰ ਜਿਹੜਾ ਲੰਗਰ ਛਕਾ ਚੁੱਕੇ ਜੀ? ਹਾਂਜੀ, ਅੰਦਾਜ਼ੇ ਮੁਤਾਬਕ 60 ਤੋਂ 65 ਹਜ਼ਾਰ ਦੇ ਨੇੜੇ ਮੀਲਾਂ ਤਕਰੀਬਨ ਇੱਥੋਂ ਜਾ ਰਹੀਆਂ ਹਨ। ਇਸ ਦੇ ਵਿੱਚ ਇੱਕ ਤਾਂ ਆਪਣਾ ਸੀਗਾ ਨੋ ਹੰਗਰੀ ਟਮੀ ਦਾ, ਵੀ ਜੋ ਸੰਗਤ ਇੱਥੇ ਆਉਂਦੀ ਉਹ ਆ ਕੇ ਲੰਗਰ ਲੈ ਕੇ ਜਾ ਸਕਦੀ ਹੈ, ਜਾਂ ਅਸੀਂ ਘਰੇ ਡਿਲੀਵਰੀ ਕਰਦੇ ਹਾਂ ਜੇ ਕੋਈ ਆਪਣੇ ਕੁਆਰੰਟੀਨ ਕਰ ਰਿਹਾ ਹੈ ਜਾਂ ਕੋਈ ਸਾਡੇ ਬਜ਼ੁਰਗ ਨੇ। ਤੇ ਇਸ ਦੇ ਨਾਲ ਅਸੀਂ ਇੱਕ ਪ੍ਰੋਗਰਾਮ ਸਾਡਾ ਫੂਡ ਫਾਈਂਡਰ YYC ਦੇ ਉੱਤੇ ਇੱਕ ਕਿਡਸ ਲੰਚ ਪ੍ਰੋਗਰਾਮ ਹੁੰਦਾ। ਸੋ ਉਹ ਕੀ ਹੁੰਦਾ ਜੀ, ਸਾਰੀ ਸਿਟੀ ਦੇ ਵਿੱਚ ਜਿਹੜੇ ਬੱਚਿਆਂ ਵਾਸਤੇ ਲੰਚ ਨਹੀਂ ਹੁੰਦਾ ਉਹਨਾਂ ਨੂੰ ਇਹ ਸੰਸਥਾ ਲੰਚ ਪ੍ਰੋਵਾਈਡ ਕਰਦੀ ਹੈ। ਸੋ ਆਪਾਂ ਨੂੰ ਇਹ ਖੁਸ਼ੀ ਦੀ ਗੱਲ ਆ ਵੀ ਉਹਨਾਂ ਨੇ ਨਾਰਥ ਈਸਟ ਦੇ ਵਿੱਚ ਕੋਈ ਆਪਣੇ ਕੋਲੇ ਹੱਬ ਨਹੀਂ ਸੀ ਉਹਨਾਂ ਵਾਸਤੇ ਜੋ ਕਿ ਜਿੱਥੋਂ ਫੂਡ ਲੈ ਸਕਦੇ ਸੀ। ਸੋ ਹੁਣ ਗੁਰਦੁਆਰਾ ਸਾਹਿਬ ਨੂੰ ਉਹਨਾਂ ਨੇ ਆਪਣੀ ਵੈਬਸਾਈਟ 'ਤੇ ਵੀ ਲਿਸਟ ਕੀਤਾ। ਸੋ ਆਪਾਂ ਗੁਰਦੁਆਰਾ ਸਾਹਿਬ ਵੱਲੋਂ ਐਵਰੀ ਮੰਡੇ, ਵੈਨਸਡੇ ਅਤੇ ਫਰਾਈਡੇ ਇੱਥੋਂ 100 ਮੀਲ ਬੱਚਿਆਂ ਦੀ ਸਪੈਸ਼ਲ ਲੰਚ ਜੈਂਟਸ ਸੈਂਟਰ ਉਹਨਾਂ ਨੇ ਸੈਟਅਪ ਕਰਨਾ, ਉੱਥੋਂ ਗੁਰਦੁਆਰਾ ਸਾਹਿਬ ਵੱਲੋਂ ਪ੍ਰੋਵਾਈਡ ਕੀਤੀ ਜਾਇਆ ਕਰੇਗੀ। ਸੋ ਆਪਣੇ ਹੀ ਵਲੰਟੀਅਰ ਜਾ ਕੇ ਉੱਥੇ ਡਿਸਟਰੀਬਿਊਟ ਕਰਨਗੇ। ਠੀਕ ਹੈ ਜੀ। ਸੋ ਬੇਸਿਕਲੀ ਉਹਦੇ ਲਈ ਵੀ ਸਾਰੀ ਸੰਗਤ ਵਧਾਈ ਦੀ ਪਾਤਰ ਆ। ਉਸ ਵਿੱਚ ਉਹ ਵੀ ਬੱਚਿਆਂ ਦੇ ਲਈ ਹੋਈ ਚਾਹੇ ਸੈਂਡਵਿਚ ਹੋਣਗੇ ਜਾਂ ਰੈਪ ਜਾਂ ਪਾਸਤਾ ਜਾਂ ਇੱਕ ਪ੍ਰੋਪਰ ਲੰਚ ਬੈਗ ਤਿਆਰ ਕੀਤਾ ਜਾਏਗਾ। ਉੱਥੇ ਜੂਸ, ਚਿਪਸ ਜਾਂ ਕੋਈ ਨਾ ਕੋਈ ਸਨੈਕ ਹੋਊਗਾ ਨਾਲ ਜੀ। ਤੇ ਨਾਲ ਆਪਣਾ ਜਦੋਂ ਤੁਹਾਨੂੰ ਦੱਸਿਆ ਜਾਂ ਵੈਜੀ ਸੈਂਡਵਿਚ ਜਾਂ ਕੁਛ ਨਾ ਕੁਛ ਸਾਰਾ ਫੁੱਲੀ ਵੈਜੀ ਹੋਊਗਾ। ਸੋ ਇਹ ਵੀ ਆਪਣੀ ਸਾਰੀ ਸੰਗਤ ਵਧਾਈ ਦੀ ਪਾਤਰ ਹੈ, ਕਿਉਂਕਿ ਸੰਸਥਾਵਾਂ ਸੇਵਾਵਾਂ ਤਾਂ ਇੱਥੇ ਤਕਰੀਬਨ 1988 ਤੋਂ ਜਦੋਂ ਦਾ ਗੁਰਦੁਆਰਾ ਸਾਹਿਬ ਬਣਿਆ ਚੱਲ ਰਹੀਆਂ ਸਨ। ਉਹ ਆਪਣੀ ਕਮਿਊਨਿਟੀ ਦੇ ਵਿੱਚ ਸੀ। ਹੁਣ ਇਹ ਆ ਵੀ ਕਮਿਊਨਿਟੀ ਆਊਟਰੀਚ ਹੁਣ ਬਾਹਰਲੀਆਂ ਕਮਿਊਨਿਟੀਜ਼ ਨੂੰ ਪਤਾ ਲੱਗ ਗਿਆ ਵੀ ਐਡੀ ਵੱਡੀ ਸੰਸਥਾ ਇੱਥੇ ਨਾਰਥ ਈਸਟ ਵਿੱਚ ਹੈ। ਸੋ ਅਸੀਂ ਇਹਨਾਂ ਤੋਂ ਆਸ ਰੱਖ ਸਕਦੇ ਹਾਂ। ਜਿਵੇਂ ਸੈਲਵੇਸ਼ਨ ਆਰਮੀ ਦਾ ਇੱਕ ਫੋਨ ਆਇਆ ਸੀ, ਉਹਨਾਂ ਦੇ ਲਈ ਵੀ ਅਸੀਂ ਭੱਜ ਕੇ ਅੱਗੇ ਆਏ। ਇਸੇ ਤਰ੍ਹਾਂ ਜਿਹੜਾ ਕਿਡਸ ਬੱਚਿਆਂ ਦਾ ਲੰਚ ਪ੍ਰੋਗਰਾਮ ਸੀ, ਉਸ ਲਈ ਵੀ ਗੁਰਦੁਆਰਾ ਸਾਹਿਬ ਹਾਜ਼ਰ ਆ। ਜਦੋਂ ਵੀ ਉਹਨਾਂ ਨੇ ਸਾਨੂੰ ਆਵਾਜ਼ ਮਾਰਦੇ ਆ ਤੇ ਅਸੀਂ ਅੱਗੇ ਆ ਕੇ ਖੜ੍ਹਦੇ ਹਾਂ ਜੀ। ਹੁਣ ਉਹਨਾਂ ਨੇ ਪ੍ਰੋਗਰਾਮ ਹੀ ਸਾਨੂੰ ਦੇਤਾ ਵੀ ਵੀਕ 'ਚ 3 ਦਿਨ ਤੁਸੀਂ ਡਿਲੀਵਰ ਕਰੋ। ਠੀਕ ਹੈ ਜੀ। ਹਾਂਜੀ, ਇਹ ਵੀ ਸਾਰੀ ਸੰਗਤਾਂ ਦੇ ਸਹਿਯੋਗ ਤੇ ਸਾਡੇ ਵਲੰਟੀਅਰਸ ਦੀ ਟੀਮ ਦੇ ਨਾਲ ਆਪਾਂ ਇਹ ਸ਼ੁਰੂ ਕਰ ਰਹੇ ਹਾਂ ਜੀ। ਦੇਖੋ ਇੱਕ ਗੱਲ ਹੋਰ ਨਾਲ ਇਹਦੇ ਨਾਲ ਤੁਹਾਡੇ ਨਾਲ ਪੁੱਛਣਾ ਚਾਹੁੰਦਾ ਮੈਂ, ਜਿੱਦਾਂ ਸੰਗਤ ਦਾ ਸਹਿਯੋਗ ਦੇ ਰਹੀ ਆ ਜੀ, ਸਾਰੇ ਵਲੰਟੀਅਰ ਬੜੀਆਂ ਸੇਵਾਵਾਂ, ਕੋਈ ਗੌਰਮੈਂਟ ਵੱਲੋਂ ਵੀ ਕੋਈ ਸਪੋਰਟ ਮਿਲ ਰਹੀ ਜੀ? ਬਿਲਕੁਲ, ਗਵਰਨਮੈਂਟ ਵੱਲੋਂ ਸਾਨੂੰ ਇੱਕ ਤੋਂ ਸਬਸਿਡੀਜ਼ ਉਹਨਾਂ ਨੇ ਸਾਨੂੰ ਕੀਤੀਆਂ ਵਾ, ਈਮੇਲਸ ਆਈਆਂ ਵਾ ਜਿਹੜੀਆਂ ਅਸੀਂ ਅਪਲਾਈ ਕੀਤੀਆਂ ਸੀ। ਠੀਕ ਹੈ ਜੀ। ਸੋ ਉਹ ਵੀ ਸਾਨੂੰ ਆਉਣਗੀਆਂ ਵਾ, ਮੇਰਾ ਖਿਆਲ ਆ ਛੇਤੀ ਹੀ। ਇੱਕ ਸਾਨੂੰ $20,000 ਦੀ ਸਬਸਿਡੀ ਇਹ ਫੈਡਰਲ ਗਵਰਨਮੈਂਟ ਵੱਲੋਂ ਇਹ ਸਿਟੀ ਆਫ ਕੈਲਗਰੀ ਵੱਲੋਂ ਆਈ ਹੈ। ਅੱਛਾ ਜੀ। ਤੇ ਮੇਰਾ ਖਿਆਲ ਇਹ ਜਿਹੜੀ ਆਪਣੀ ਪ੍ਰੋਵਿੰਸ਼ੀਅਲ ਗਵਰਨਮੈਂਟ ਆ ਉਹ ਰੈਫਰ ਕਰਦੇ ਆ। ਠੀਕ ਹੈ ਜੀ। ਉਹਦੇ ਸਦਕਾ ਹਜੇ ਸਾਡੇ ਕੋਲ ਬਾਹਲੀ ਡਿਟੇਲ ਨਹੀਂ ਆਈ। ਬਾਕੀ ਹੋਰ ਵੀ ਜਿਹੜੀਆਂ ਫੈਡਰਲ ਦੀਆਂ ਹੈਗੀਆਂ ਨੇ ਤੇ ਉਹ ਵੀ ਅਸੀਂ ਗ੍ਰਾਂਟਸ ਅਪਲਾਈ ਕੀਤੀਆਂ ਹੋਈਆਂ ਵਾ, ਜੋ ਵੀ ਆਊਗਾ। ਬਾਕੀ ਸਾਨੂੰ ਹੈਗਾ ਮੇਨ ਇਸ ਵਕਤ ਗ੍ਰਾਂਟਸ ਲੈਣ ਦਾ ਕੁਛ ਨਹੀਂ, ਸਾਨੂੰ ਹੈਗਾ ਸੰਗਤਾਂ ਦੀ ਸੇਵਾ ਕਰਨ ਦਾ। ਤੇ ਸਾਡੀ ਕੈਲਗਰੀ ਸਿੱਖ ਸੰਗਤ ਹੀ ਇੰਨੇ ਜ਼ੋਰ ਦੇ ਨਾਲ ਸਾਡੀ ਆਪਾਂ ਨੂੰ ਸਾਡੀ ਸੇਵਾ ਵਿੱਚ ਅੱਗੇ ਆਏ ਹੋਏ ਹਨ। ਸਾਨੂੰ ਫੰਡ ਦੀ ਕਿਸੇ ਚੀਜ਼ ਦੀ ਕਮੀ ਨਹੀਂ ਆ ਰਹੀ। ਸੰਗਤਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਇਸ ਪੈਂਡੈਮਿਕ ਤੇ ਚੱਲਦਿਆਂ ਵੀ ਸੰਗਤਾਂ ਆ ਕੇ ਡੋਨੇਸ਼ਨ ਕਰ ਰਹੀਆਂ, ਉਹਨਾਂ ਦੇ ਸਦਕਾ ਹੀ ਅਸੀਂ ਸਾਰੇ ਪ੍ਰੋਗਰਾਮ ਆ ਜਿਹੜੇ ਚਲਾ ਸਕਦੇ। ਚਾਹੇ ਸਾਡੇ ਕਥਾਵਾਚਕਾਂ ਨੂੰ ਇਹਨਾਂ ਨੂੰ ਸਾਂਭਣ ਦਾ ਸੀ, ਇਹਨਾਂ ਨੂੰ ਮਾਇਕ ਸਹਾਇਤਾ ਦੇਣ ਦਾ ਟਾਈਮ ਸੀ, ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਵੀ ਸੰਗਤ ਇੱਥੇ ਘੱਟ ਆਉਂਦੀ ਹੈ। ਸੋ ਇਸ ਕਰਕੇ ਅਸੀਂ ਇਹ ਉਪਰਾਲਾ ਕੀਤਾ। ਸਾਰਾ ਇਹ ਕੈਲਗਰੀ ਸਿੱਖ ਸੰਗਤ ਹੀ ਇਸ ਲਈ ਵਧਾਈ ਦੀ ਪਾਤਰ ਆ। ਉਹਨਾਂ ਦੇ ਸਦਕਾ ਹੀ ਗਵਰਨਮੈਂਟ ਜੋ ਦੇਗੀ ਉਹ ਵੀ ਜੀ ਆਇਆਂ ਨੂੰ ਉਹਨਾਂ ਦਾ ਵੀ, ਪਰ ਆਪਣੀ ਸੰਗਤ ਹੀ ਸਾਨੂੰ ਕਿਸੇ ਚੀਜ਼ ਦੀ ਘਾਟ ਨਹੀਂ ਆਉਣ ਦੇ ਰਹੀ। ਠੀਕ ਹੈ ਜੀ। ਇੱਕ ਗੱਲ ਹੋਰ ਨਾਲ ਸਪਸ਼ਟ ਕਰੋ, ਜਿਹੜੀ 25 ਤਰੀਕ ਨੂੰ ਅੱਗੇ ਅਲਬਰਟਾ ਸਰਕਾਰ ਨੇ
ਆਪਣੇ ਤਾਦਾਦ ਵਧਾਉਣ ਬਾਰੇ 15 ਤੋਂ 50 ਬੰਦੇ ਕਰਨ ਦਾ ਗੁਰਦੁਆਰਾ ਸਾਹਿਬ ਖੋਲ੍ਹਣ ਦਾ ਐਲਾਨ ਕੀਤਾ ਸੀ। ਹੁਣ ਕੋਈ ਨਵੀਂ ਇਨਫੋਰਮੇਸ਼ਨ ਆਈ ਤੁਹਾਡੇ ਕੋਲ ਉਹਨਾਂ ਬਾਰੇ? ਨਹੀਂ, ਹਜੇ ਕੁਛ ਨਹੀਂ ਆਇਆ ਜੀ। ਜੂਨ ਦੇ ਪਹਿਲੇ ਵੀਕ ਉਹਨਾਂ ਨੇ ਅਨਾਉਂਸ ਕਰਨਾ ਵਾ ਵਰਸ਼ਿਪ ਪਲੇਸ ਨੂੰ, ਕਿਉਂਕਿ ਕਿਹਦੇ ਵਿੱਚ ਰੱਖਿਆ, ਕਿਉਂਕਿ ਕੈਲਗਰੀ ਤੇ ਬਰੁਕਸ ਦੇ ਵਿੱਚ ਜ਼ਿਆਦਾ ਕੇਸ ਸੀਗੇ ਜੀ। ਸੋ ਇਸ ਲਈ ਹਜੇ ਆਪਣੇ ਕੋਲ ਕੋਈ ਇਹੋ ਜਿਹੀ ਹਦਾਇਤ ਨਹੀਂ ਹੈ। ਆਪਾਂ ਆਊਟਸਾਈਡ ਜ਼ਰੂਰ 50 ਬੰਦਿਆਂ ਦਾ ਇਕੱਠ ਕਰ ਸਕਦੇ ਹਾਂ ਕੁਛ, ਤੇ ਪਰ ਇਨਸਾਈਡ ਹਜੇ ਨਾ ਲੰਗਰ ਦੀ ਸਾਡੇ ਕੋਲ ਕੋਈ ਹਦਾਇਤ ਨਹੀਂ ਆਈ ਹਜੇ। ਅਗਲੇ ਉਹਨਾਂ ਨੂੰ ਅਸੀਂ ਪੂਰਾ ਸੁਣ ਰਹੇ ਹਾਂ। ਸੋ ਜੂਨ ਦੇ ਪਹਿਲੇ ਵੀਕ ਸਾਨੂੰ ਪਤਾ ਲੱਗੂਗਾ ਜੀ। ਹਜੇ ਉਸੇ ਤਰ੍ਹਾਂ ਆਪਣੇ ਕੋਲ 15 ਦੀ ਗੈਦਰਿੰਗ ਹੈ ਜਿਸ ਤਰ੍ਹਾਂ ਉਹੀ ਹਜੇ ਲਾਗੂ ਹੈ ਜੀ। ਠੀਕ ਹੈ ਜੀ। ਪ੍ਰਧਾਨ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬੜੀ ਅਹਿਮ ਜਾਣਕਾਰੀ ਸੰਗਤਾਂ ਨਾਲ, ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਆ। ਦੁਬਾਰਾ ਫਿਰ ਵੀ ਨਵੀਂ ਅਪਡੇਟ ਲਈ ਅਸੀਂ ਤੁਹਾਨੂੰ ਬੇਨਤੀ ਕਰਾਂਗੇ, ਤੁਸੀਂ ਫਿਰ ਸਾਡੀ ਜ਼ਰੂਰ ਮਦਦ ਕਰਨਾ ਜੀ। ਧਾਮੀ ਸਾਹਿਬ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਤੇ ਅਜੀਤ ਵੈਬ ਟੀਵੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡੇ ਨਾਲ ਨੇ ਜੀ ਕਵੀਸ਼ਰ ਜਥਾ, ਜਿਹੜਾ ਜਿਨ੍ਹਾਂ ਨੂੰ ਇਹ ਦੱਸ ਰਹੇ ਸੀਗੇ ਵੀ ਸਾਡੇ ਕੋਲ ਉਹ ਦਿਨ ਹਾਜ਼ਰ ਨਾ ਹੋਣ ਕਰਕੇ ਉਹਨਾਂ ਨੂੰ ਅਸੀਂ ਉਹ ਜਿਹੜੀ ਸੇਵਾ ਦੇਣੀ ਆ, ਉਹਨਾਂ ਦੇ ਸਪੁਰਦ ਕਰਨੀ ਆ। ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਸਾਹਿਬ ਉਹਨਾਂ ਦੇ ਬਾਰੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਜਿਹੜਾ ਗੁਰਦੁਆਰਾ ਸਾਹਿਬ ਵੱਲੋਂ ਇਹ ਸੰਗਤ ਦੇ ਸਹਿਯੋਗ ਦੇ ਨਾਲ ਜਾਂ ਬਿਜ਼ਨਸਮੈਨਾਂ ਦੇ ਸਹਿਯੋਗ ਦੇ ਨਾਲ ਇਹ ਕਾਰਜ ਸ਼ੁਰੂ ਕੀਤਾ ਹੋਇਆ, ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਆ ਵੀ ਸੰਗਤ ਜ਼ਿਆਦਾ ਨਾ ਆਉਣ ਕਰਕੇ ਉਨੀ ਜਾਣੀ ਸੇਵਾ ਨਹੀਂ ਪਹੁੰਚਦੀ, ਤੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਅਸੀਂ ਇਹਦੇ ਬਾਰੇ ਇਹ ਆਖਾਂਗੇ ਜੀ, ਮੈਂ ਰਾਤ ਵੀ ਸੋਚਦਾ ਸੀ ਤੇ ਪਹਿਲਾਂ ਵੀ ਦਿਮਾਗ 'ਚ ਤਾਂ ਗੱਲ ਆਉਂਦੀ ਸੀ ਜੀ ਵੀ ਜੇ ਸਹੀ ਸ਼ਬਦਾਂ 'ਚ ਗੁਰਸਿੱਖ ਵੇਖਣੇ ਆ ਜੀ, ਤੇ ਗੁਰਦੁਆਰਾ ਕੈਲਗਰੀ ਦੀ ਕਮੇਟੀ ਨੂੰ ਵੇਖ ਲਓ, ਇੱਥੋਂ ਦੀ ਸੰਗਤ ਨੂੰ ਵੇਖ ਲਓ ਜੀ। ਕਿਉਂਕਿ ਕਮੇਟੀ ਦੇ ਜਿਹੜੇ ਨਿਯਮ ਆ ਜਿਸ ਉਹ ਬਣਾਉਣੇ ਨਹੀਂ ਪੈਂਦੇ, ਉਹ ਤਾਂ ਆਲਰੇਡੀ ਬਣੇ ਆ, ਉਹ ਗੁਰੂ ਨੇ ਬਣਾਏ ਹੋਏ ਆ। ਮਰਿਆਦਾ ਦੇ ਮੁਤਾਬਕ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੰਮ ਕਰਨੇ ਉਹ ਤਾਂ ਪਹਿਲਾਂ ਤੈਅ ਹੁੰਦੇ ਆ। ਉਹ ਵੱਖਰੀ ਗੱਲ ਹੁੰਦੀ ਹੈ ਕਿ ਆਪਣੀ ਮੱਤ ਛੋਟੀ ਹੋਣ ਕਰਕੇ ਕੁਝ ਕਾਰਜ ਕਮੇਟੀਆਂ ਗਲਤ ਕਰਨ ਲੱਗ ਜਾਂਦੀਆਂ। ਇਸ ਕਰਕੇ ਜਿਹੜੀ ਇਹ ਕੈਲਗਰੀ ਕਮੇਟੀ ਨੇ ਕਾਰਜ ਕੀਤਾ ਹੈ, ਕਿਉਂਕਿ ਸਿੱਖੀ ਦਾ ਕੀ ਸਿਧਾਂਤ ਹੈ, ਲੋੜਵੰਦਾਂ ਦੀ ਮਦਦ ਕਰਨੀ, ਮਨੁੱਖਤਾ ਦੀ ਭਲਾਈ ਕਰਨੀ, ਮਨੁੱਖਤਾ ਦਾ ਭਲਾ ਲੋਚਣਾ, ਇਹ ਕੰਮ ਗੁਰਦੁਆਰਾ ਪ੍ਰਬੰਧਕ ਕਮੇਟੀ ਕੈਲਗਰੀ ਬਹੁਤ ਚੰਗੇ ਤਰੀਕੇ ਨਾਲ ਕਰ ਰਹੀ ਹੈ। ਅਤੇ ਇਸ ਕਮੇਟੀ ਦਾ ਸਾਥ ਜਿਹੜਾ ਹੈ ਕੈਲਗਰੀ ਸੰਗਤ ਇੰਨੇ ਚੰਗੇ ਤਰੀਕੇ ਨਾਲ ਦੇ ਰਹੀ ਹੈ, ਤੇ ਮੈਨੂੰ ਐਵੇਂ ਲੱਗਦਾ ਹੈ ਕਿ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਲੋੜ ਨਹੀਂ ਹੈ ਕਿ ਬੰਦੇ ਹੋਰ ਕਿਹੜੇ ਲੈ ਕੇ ਗਏ ਪ੍ਰਬੰਧਕ, ਆਪਣੇ ਆਪ ਇੰਨੇ ਚੰਗੇ ਪ੍ਰਬੰਧਕ ਮੈਨੂੰ ਲੱਗਦਾ ਨਹੀਂ ਕਿਤੇ ਕਿਸੇ ਪਾਸੇ ਹੋਰ ਮਿਲ ਜਾਣਗੇ। ਕਿਉਂਕਿ ਕਿਸੇ ਚੀਜ਼ ਨੂੰ ਸਮਝ ਲੈਣਾ ਔਰ ਉਹ ਸਮਝ ਕੇ ਆਪਣੇ ਆਪ ਉਸ ਕੰਮ ਨੂੰ ਕਰਨਾ, ਇਹ ਵੱਡੀ ਗੱਲ ਹੁੰਦੀ ਹੈ। ਇੱਕ ਹੁੰਦਾ ਕੋਈ ਕੰਮ ਕਹਿ ਕੇ ਕਰਵਾਇਆ ਜਾਂਦਾ, ਬੜੀ ਵਾਰ ਇੱਦਾਂ ਹੁੰਦਾ ਕੰਮ ਕਹਿ ਕੇ ਕਰਵਾਇਆ ਜਾਂਦਾ, ਮਨਸ਼ਾ ਨਹੀਂ ਹੁੰਦੀ, ਲੋਕ ਲੱਜਾ ਮੁਤਾਬਕ ਕੀਤਾ ਜਾਂਦਾ। ਇੱਥੇ ਇਹ ਜਿਹੜਾ ਕੰਮ ਕੀਤਾ ਗਿਆ, ਉਦੋਂ ਅਸੀਂ ਜਦੋਂ ਪਹਿਲਾਂ ਜਥਨ ਚੈੱਕ ਦਿੱਤੇ ਆ, ਉਦੋਂ ਅਸੀਂ ਐਪਸੋਡ ਸੀਗੇ। ਅੱਛਾ ਜੀ। ਤੇ ਉਦੋਂ ਜਦੋਂ ਇੱਥੇ ਅਨਾਉਂਸ ਹੋਇਆ ਤੇ ਕੁਝ ਕੁ ਮੈਨੂੰ ਸੁਣਨ ਵਾਸਤੇ ਆਇਆ ਉੱਥੇ, ਕਹਿੰਦੇ ਹਜੇ ਤਾਂ ਜੀ ਮੈਂ ਉੱਥੇ ਕੋਈ ਸੱਜਣਾ ਨਾਲ ਗੱਲ ਕੀਤੀ। ਮੈਂ ਕਿਹਾ ਵੀ ਕੈਲਗਰੀ ਕਮੇਟੀ ਨੇ ਇੱਦਾਂ ਕਰਕੇ ਵਧੀਆ ਕੀਤਾ ਵੀ ਜਥਿਆਂ ਨੂੰ ਕਰ ਰਹੇ ਆ ਸਨਮਾਨ, ਤੇ ਤੁਸੀਂ ਵੀ ਕਰੋ। ਤੇ ਉੱਥੇ ਚਲੋ ਮੈਂ ਨਾਂ ਤਾਂ ਨਹੀਂ ਲੈਂਦਾ, ਇੱਦਾਂ ਆਖਿਆ ਵੀ ਨਹੀਂ ਹਜੇ ਤਾਂ ਅਨਾਉਂਸ ਹੀ ਕੀਤਾ। ਮੈਨੂੰ ਵੀ ਫੋਨ ਆਇਆ ਜੀ ਜਦੋਂ ਅਸੀਂ ਇਨਫੋਰਮੇਸ਼ਨ ਸਾਂਝੀ ਕੀਤੀ, ਪ੍ਰਧਾਨ ਸਾਹਿਬ ਨੇ ਮੈਨੂੰ ਫੋਨ ਕਰਕੇ ਦੱਸਿਆ ਕਮੇਟੀ ਨੇ ਅੱਜ ਇੱਕ ਫੈਸਲਾ ਲਿਆ ਵੀ ਜਿਹੜਾ ਕਿ ਜਿਹੜੇ ਬਾਹਰੋਂ ਜਥੇ ਆਏ ਆ ਇੰਡੀਆ ਤੋਂ, ਪੰਜਾਬ ਤੋਂ, ਵੀ ਉਹਨਾਂ ਦੀ ਇੱਦਾਂ ਮਦਦ ਕੀਤੀ ਜਾਵੇ, ਕਿਉਂਕਿ ਉਹਨਾਂ ਦੇ ਵੀ ਪਰਿਵਾਰ ਆ। ਲੇਕਿਨ ਬਹੁਤੇ ਬੰਦਿਆਂ ਨੇ ਮੈਨੂੰ ਵੀ ਇਹ ਗੱਲ ਕਹੀ ਵੀ ਉਹਨਾਂ ਨੇ ਅਨਾਉਂਸ ਹੀ ਕੀਤਾ, ਨਹੀਂ ਦੇਖਾਂਗੇ ਜਦੋਂ ਹੋ ਜਾਊਗਾ। ਲੇਕਿਨ ਥੋੜ੍ਹੇ ਟਾਈਮ ਦੇ ਬਾਅਦ ਹੀ, ਹਫ਼ਤੇ ਦੇ ਵਿੱਚ ਇਹਨਾਂ ਨੇ ਦੁਬਾਰਾ ਮੈਨੂੰ ਬੁਲਾ ਕੇ ਉਹ ਚੀਜ਼ ਸਾਰਿਆਂ ਦੇ ਨਾਲ ਸਾਂਝੀ ਕੀਤੀ, ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਵੀ ਤੇ ਮੈਨੂੰ ਵੀ ਫਿਰ ਫੋਨ ਆਏ ਵੀ ਲੈ ਵੀ ਜਿਹੜੀ ਗੱਲ ਹੋਈ ਸੀ ਉਹ ਕਲੀਅਰ ਹੋ ਗਈ ਆ। ਹਾਂਜੀ, ਇਹ ਨਿਸ਼ਾਨੀ ਸਿਆਣਪ ਦੀ ਆ ਜੀ। ਜੀ। ਤੇ ਮੈਨੂੰ ਫਿਰ ਕਹਿਣਾ ਪਿਆ, ਮੈਂ ਕਿਹਾ ਵੀ ਚਲੋ ਅਨਾਉਂਸ ਨਹੀਂ, ਮੈਂ ਨਹੀਂ ਸਮਝਦਾ ਅਨਾਉਂਸ ਕੀਤਾ, ਮੈਂ ਤਾਂ ਇਹ ਸਮਝਦਾ ਅੱਜ ਦੇਤੇ ਹੈ। ਤੇ ਥੋੜੇ ਕੁ ਦਿਨਾਂ ਬਾਅਦ ਚਲੋ ਚੈੱਕ ਜਦੋਂ ਹੱਥਾਂ 'ਚ ਆ ਗਏ, ਤੇ ਫਿਰ ਕਹਿਣ ਦਾ ਭਾਵ ਇਹ ਉਹ ਚੀਜ਼ ਨੂੰ ਵੇਖ ਕੇ ਅਗਾਂਹ ਰੀਸ ਕਰਨੀ ਚਾਹੀਦੀ ਸੀ, ਪਰ ਰੀਸ ਨਹੀਂ ਕੀਤੀ ਕਿਸੇ ਨੇ। ਚਲੋ ਕੋਈ ਨਹੀਂ ਜੀ। ਤੇ ਜੇ ਕਿਤੇ ਅੱਜ ਦੀ ਵੀਡੀਓ ਦੇਖ ਕੇ ਪਹਿਲਾਂ ਵੀ ਮੈਂ ਇਸ ਬੇਨਤੀ ਨੂੰ ਸਾਂਝਾ ਕੀਤਾ ਸੀ ਸੋਸ਼ਲ ਮੀਡੀਆ ਤੇ ਵੀ ਜਦੋਂ ਪ੍ਰਬੰਧਕ ਕਮੇਟੀ ਝਗੜਾ ਕਰਦੀ ਹੈ, ਪ੍ਰਬੰਧਕ ਕਮੇਟੀ ਲੜਦੀ ਹੈ, ਤੇ ਕਿਵੇਂ ਉਹਦਾ ਕਾਢੋ ਕਲੇਸ਼ ਜਿਹੜਾ ਸਾਂਝਾ ਕੀਤਾ, ਸ਼ੇਅਰ ਕੀਤਾ ਜਾਂਦਾ ਹੈ ਨਾ, ਤੇ ਕਿਵੇਂ ਅਖਬਾਰਾਂ ਦੇ ਬਿਆਨ ਆਉਣੇ ਸ਼ੁਰੂ ਹੋ ਜਾਂਦੇ, ਇਦਾਂ ਦੇ ਆਣ ਪ੍ਰਬੰਧਕ ਹੋਣੇ ਨਹੀਂ ਚਾਹੀਦੇ, ਐ ਨਹੀਂ ਹੋਣਾ ਚਾਹੀਦਾ। ਹੁਣ ਜੇ ਪ੍ਰਬੰਧਕ ਚੰਗੇ ਹੈ, ਉਹਨਾਂ ਨੂੰ ਐਪਰੀਸ਼ੀਏਟ ਵੀ ਤਾਂ ਕਰਨਾ ਸਾਡਾ ਫਰਜ਼ ਬਣਦਾ। ਜੇ ਚੰਗੇ ਪ੍ਰਬੰਧਕ ਕੋਈ ਚੰਗਾ ਕਰ ਰਹੇ ਹੈ, ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਾਂਗੇ, ਹੌਸਲਾ ਵਧਾਵਾਂਗੇ, ਤੇ ਹੋਰ ਅਗਾਂਹ ਚੰਗੇ ਕੰਮ ਕਰਨਗੇ। ਬਿਲਕੁਲ ਜੀ। ਤੇ ਦੂਸਰੇ ਸ਼ਬਦਾਂ ਦੇ ਵਿੱਚ ਇਹ ਹੈ, ਜਿਹੜੇ ਕੁਝ ਬੈਠੇ ਆ ਸਾਇਲੈਂਟ, ਉਹ ਉਤਸ਼ਾਹ ਤੋਂ ਤੁਰ ਸਕਦੇ ਆ ਕਿ ਭਾਈ ਜੇ ਕੈਲਗਰੀ ਕਮੇਟੀ ਨੂੰ ਲੋਕ ਚੰਗਾ ਕਹਿ ਰਹੇ, ਸਤਿਕਾਰ ਕਰ ਰਹੇ ਆ, ਤੇ ਅਸੀਂ ਵੀ ਚੰਗਾ ਕੰਮ ਕਰੀਏ, ਤੇ ਅਸੀਂ ਵੀ ਲੋਕਾਂ ਤੋਂ ਆਦਮ ਸਨਮਾਨ ਸਤਿਕਾਰ ਜਿਹੜਾ ਲਈਏ। ਇਸ ਕਰਕੇ ਅਸੀਂ ਤਾਂ, ਮੈਂ ਤਾਂ ਜਿਹੜਾ ਮੇਰੇ ਮਨ ਦੀ ਭਾਵਨਾ ਇਹ ਆ ਕਿ ਮੈਂ ਕੈਲਗਰੀ ਸੰਗਤਾਂ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਇੱਦਾਂ ਦੀ ਕਮੇਟੀ, ਚਲੋ ਮੈਂ ਇਹ ਤਾਂ ਨਹੀਂ ਕਹਿੰਦਾ ਬੰਦੇ ਨਹੀਂ ਆ, ਇੱਦਾਂ ਦੀ ਕਮੇਟੀ ਮਿਲਣੀ ਮੁਸ਼ਕਲ ਹੈ, ਕਿਉਂਕਿ ਐਂ ਹੁੰਦਾ ਕਮੇਟੀਆਂ ਥਾਂ ਤੇ ਆ, ਪਰ ਉਹਨਾਂ ਦਾ ਜਿਹੜਾ ਮਗਜਾ ਰਲਦੇ ਨਹੀਂ ਹੁੰਦੇ। ਜਿੰਨਾ ਸਮਾਂ ਵਿਚਾਰਾਂ ਨਹੀਂ ਰਲਦੀਆਂ, ਉਹਨਾਂ ਸਮਾਂ ਕੋਈ ਵੀ ਕੰਮ ਸਿਰੇ ਨਹੀਂ ਚੱਲਦਾ, ਵਿਚਾਰਾਂ ਤੋਂ ਬਣਦਾ ਪਰਿਵਾਰ ਨਹੀਂ ਚੱਲਦਾ। ਇਸ ਲਈ ਦਾ ਮਤਲਬ ਇਹ ਜਿੰਨੀ ਕਮੇਟੀ ਇੱਥੇ
ਪ੍ਰਬੰਧ ਸੰਭਾਲ ਰਹੀ ਹੈ, ਉਹਨਾਂ ਦੀਆਂ ਵਿਚਾਰਾਂ ਹਾਂਜੀ। ਮਿਲਦੀਆਂ ਹੋਣੀਆਂ ਵਿਚਾਰਾਂ ਕਰਕੇ ਤੇ ਸਾਰੇ ਕੰਮ ਜਿਹੜੇ ਵਧੀਆ ਹੋ ਰਹੇ ਆ। ਤੁਸੀਂ ਵੇਖੋ ਫਰਜ਼ੀ ਗੱਲਾਂ ਨਹੀਂ ਇਹ, ਨਹੀਂ ਬਿਲਕੁਲ ਜੀ, ਕੁਝ ਇਦਾਂ ਦੀਆਂ ਗੱਲਾਂ ਦੋ ਕਿਦਾਂ ਨਾਲ ਰੋਟੀਆਂ ਛਕਾਤੀਆਂ, ਦੋ ਕਿਦਾਂ ਨਾਲ ਕੋਈ ਮਨੁੱਖਤਾ ਦਾ ਕੰਮ ਕਰਤਾ। ਇੱਥੇ ਲਗਾਤਾਰ ਜਦੋਂ ਕੋਵਿਡ-19 ਚੱਲ ਰਿਹਾ, ਕਿਵੇਂ ਲਗਾਤਾਰ ਸਵਾਹਾਂ ਚੱਲ ਰਹੀਆਂ ਨੇ, ਬਿਲਕੁਲ ਜੀ, ਕਿਵੇਂ ਲੋਕਾਂ ਨੇ ਆਪਣੇ ਆਪ ਨੂੰ ਘਰਾਂ 'ਚ ਸਮੇਟ ਲਿਆ ਵੀ ਬਿਮਾਰੀ ਹੈ। ਪਰ ਇਹ ਪ੍ਰਬੰਧਕ ਬਾਹਰ ਨਿਕਲੇ ਉਸ ਵਕਤ ਜਦੋਂ ਲੋਕ ਆਪਣੇ ਆਪ ਨੂੰ ਘਰਾਂ 'ਚ ਵਾੜ ਲਏ ਜਿਨ੍ਹਾਂ ਨੇ। ਬਿਲਕੁਲ ਜੀ, ਬਿਲਕੁਲ। ਇਸ ਲਈ ਇਹ ਸਿੱਖਾਂ ਵਾਲਾ ਗਾਉਣਾ, ਸਿੱਖ ਮੌਤ ਤੋਂ ਘਬਰਾਉਂਦਾ ਨਹੀਂ, ਸਿੱਖ ਡਰਦਾ ਨਹੀਂ ਹੈ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਲਾਹੌਰ ਚੇਚਕ ਦੀ ਬਿਮਾਰੀ ਪੈਂਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਆਪ ਦਵਾਈ ਬੂਟੀ ਦਾ ਪ੍ਰਬੰਧ ਕਰਦੇ ਆ। ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਜਿਹੜਾ ਦਿੱਲੀ ਦੇ ਸੰਗਤਾਂ ਦਾ ਪ੍ਰਬੰਧ ਕਰ ਦਵਾਈਆਂ ਬੂਟੀਆਂ ਦਾ। ਇਸ ਲਈ ਗੁਰਸਿੱਖ ਦਾ ਫਰਜ਼ ਜਦੋਂ ਕਦੇ ਆਫਤ ਆਉਂਦੀ ਗੁਰਸਿੱਖ ਉਦੋਂ ਬਾਹਰ ਆਉਂਦਾ ਹੈ ਜੀ। ਬਿਲਕੁਲ ਜੀ, ਬਿਲਕੁਲ। ਇਹ ਤਾਂ ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਇਸ ਪ੍ਰਬੰਧਕ ਕਮੇਟੀ ਨੂੰ ਹੋਰ ਵੀ ਚੜ੍ਹਦੀ ਕਲਾ 'ਚ ਬਲ ਬਖਸ਼ੇ, ਮਹਾਰਾਜ ਚੜ੍ਹਦੀ ਕਲਾ ਬਖਸ਼ੇ, ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ੇ। ਅੱਜ ਇਹਨਾਂ ਨੇ ਸਾਨੂੰ ਜਿਹੜਾ ਹੈ, ਅਸੀਂ ਉਸ ਵਕਤ ਐਬਸੈਂਟ ਸੀਗੇ, ਅੱਜ $2,000 ਦੀ ਜਿਹੜਾ ਇਹਨਾਂ ਨੇ ਸਾਨੂੰ ਮਦਦ ਕੀਤੀ ਹੈ ਜੀ। ਸੋ ਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਚੜ੍ਹਦੀ ਕਲਾ ਬਖਸ਼ ਕਰਨੀ ਜੀ। ਇਹ ਸਨ ਜੀ ਸਾਡੇ ਨਾਲ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਤੇ ਨਾਲ ਆਪਣੇ ਗ੍ਰੰਥੀ ਸਿੰਘ ਜਿਨ੍ਹਾਂ ਨੂੰ ਅੱਜ ਇਹ ਸੇਵਾ ਦਿੱਤੀ ਜਾ ਰਹੀ ਆ। ਤੇ ਮੈਂ ਦੁਬਾਰਾ ਫਿਰ ਅਪਡੇਟ ਲਈ ਗੁਰਦੁਆਰਾ ਸਾਹਿਬ ਵਿਖੇ ਹਾਜ਼ਰ ਹੋਵਾਂਗਾ ਜੀ। ਤੁਹਾਡਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਦੁਨੀਆ ਤੇ ਕੋਰੋਨਾ ਮਹਾਮਾਰੀ ਦਾ ਅਸਰ। ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।